ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਅੱਜ ਪਾਠ 9ਵਾਂ ਗੰਗਾ ਜਲ ਦਾ ਚਮਤਕਾਰ। ਮੇਰੀ ਜਨਮ ਭੂਮੀ ਕੇਰਲਾ ਸ਼੍ਰੀਲੰਕਾ ਦੇ ਪੌਣ ਪਾਣੀ, ਰੂਪ ਰੇਖਾ, ਜੀਵ ਜੰਤੂ, ਬਨਸਪਤੀ, ਸੱਭਿਆਚਾਰ ਅਤੇ ਲੋਕ ਪਰੰਪਰਾਵਾਂ ਆਦਿ ਦੇ ਸੰਬੰਧ ਵਿੱਚ ਉਸ ਨਾਲ ਕਾਫੀ ਮਿਲਦੀ ਜੁਲਦੀ ਹੈ। ਲੰਕਾ ਦੇ ਪਿੰਡਾਂ ਵਿੱਚ ਜਾਦੂ ਟੂਣੇ ਅਤੇ ਸ਼ੈਤਾਨੀ ਨਾਚ ਅੱਜ ਵੀ ਬਹੁਤ ਪ੍ਰਚਲਿਤ ਹਨ। ਅੱਜ ਤੋਂ ਲਗਭਗ 50 ਸਾਲ ਪਹਿਲਾਂ ਜਦੋਂ ਮੈਂ ਇੱਕ ਛੋਟਾ ਜਿਹਾ ਲੜਕਾ ਸਾਂ, ਜੇਕਰ ਪਰਿਵਾਰ ਵਿੱਚ ਕੋਈ ਭੈੜੀ ਘਟਨਾ ਵਾਪਰ ਜਾਂਦੀ ਤਾਂ ਜਾਦੂ ਟੂਣੇ ਵਾਲਿਆਂ ਨੂੰ ਬੁਲਾਉਣਾ ਇੱਕ ਆਮ ਜਿਹੀ ਗੱਲ ਸੀ। ਵਹਿਮਾਂ ਕਾਰਨ ਬਹੁਤੇ ਘਰਾਂ ਦੇ ਲੋਕ ਕਿਸੇ ਕਿਸਮ ਦੀ ਦਵਾਈ ਜਾਂ ਤਵੀਤ ਕੋਲ ਰੱਖਦੇ ਸਨ, ਜਿਸ ਨੂੰ ਬਿਮਾਰੀਆਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਸਮਝਿਆ ਜਾਂਦਾ ਸੀ। ਨਈਅਰਾਂ ਲਈ ਇਹ ਪਵਿੱਤਰ ਸ਼ਹਿਰ ਬਨਾਰਸ ਦੀ ਤੀਰਥ ਯਾਤਰਾ ਤੋਂ ਲਿਆਂਦਾ ਗਿਆ ਗੰਗਾ ਦਾ ਪਾਣੀ ਹੁੰਦਾ ਸੀ। ਸੀਰੀਅਨ ਈਸਾਈਆਂ ਲਈ ਇਹ ਅਕਸਰ ਲਾਰਡਸ ਦਾ ਪਵਿੱਤਰ ਪਾਣੀ ਜਾਂ ਐਂਟੀਓਚ ਦਾ ਪਵਿੱਤਰ ਤੇਲ ਹੁੰਦਾ ਸੀ। ਮੁਸਲਮਾਨਾਂ ਲਈ ਪਵਿੱਤਰ ਪਾਣੀ ਉਹ ਹੁੰਦਾ ਸੀ ਜਿਹੜਾ ਹੱਜ ਤੇ ਗਏ ਯਾਤਰੀ ਮੱਕਾ ਵਿੱਚ ਪਵਿੱਤਰ ਕਾਬਾ ਦੇ ਪੱਥਰ ਨਾਲ ਬਰਤਨ ਨੂੰ ਛੁਹਾ ਕੇ ਲੈ ਆਉਂਦੇ ਸਨ। 1921 ਤੋਂ ਲੈ ਕੇ 1924 ਦੇ ਦੌਰਾਨ ਮੈਂ ਅਤੇ ਮੇਰਾ ਸਵਰਗਵਾਸੀ ਭਰਾ ਯੇਲ ਯੂਨੀਵਰਸਿਟੀ ਦਾ ਡਾਕਟਰ ਬਹਿਨਾਨ ਟੀ ਕਾਬੂਰ ਕਲਕੱਤਾ ਯੂਨੀਵਰਸਿਟੀ ਦੇ ਵਿਦਿਆਰਥੀ ਸਾਂ। ਕਲਕੱਤਾ ਸ਼ਹਿਰ ਮੇਰੇ ਸ਼ਹਿਰ ਤਿਰੂਵਾਲਾ ਤੋਂ ਲਗਭਗ 1500 ਮੀਲ ਦੂਰ ਹੈ। ਸਾਨੂੰ ਰੇਲ ਰਾਹੀਂ ਕਲਕੱਤਾ ਪਹੁੰਚਣ ਵਿੱਚ ਲਗਭਗ 5 ਦਿਨ ਲੱਗ ਜਾਂਦੇ ਸਨ। ਉੱਚ ਵਿੱਦਿਆ ਪ੍ਰਾਪਤੀ ਲਈ 2 ਛੋਟੇ ਲੜਕਿਆਂ ਦਾ ਤਿਰੂਵਾਲਾ ਤੋਂ ਕਾਫੀ ਦੂਰ ਗੰਗਾ ਦਰਿਆ ਦੇ ਕਿਨਾਰੇ ਵਸੇ ਸ਼ਹਿਰ ਦੀ ਯਾਤਰਾ 'ਤੇ ਜਾਣਾ ਉਹਨਾਂ ਦਿਨਾਂ ਵਿੱਚ ਮੇਰੀ ਜਨਮ ਭੂਮੀ ਦੇ ਲੋਕਾਂ ਲਈ ਕੋਈ ਆਮ ਘਟਨਾ ਨਹੀਂ ਸੀ। ਲੰਬੇ ਫਾਸਲੇ ਅਤੇ ਜ਼ਿਆਦਾ ਖਰਚ ਕਾਰਨ ਅਸੀਂ ਸਾਲ ਵਿੱਚ ਇੱਕ ਵਾਰ ਸਿਰਫ ਗਰਮੀਆਂ ਦੀਆਂ ਲੰਬੀਆਂ ਛੁੱਟੀਆਂ ਵਿੱਚ ਹੀ ਘਰ ਜਾਂਦੇ ਸਾਂ। ਛੁੱਟੀਆਂ ਤੋਂ ਬਾਅਦ ਸਾਡੀ ਕਲਕੱਤੇ ਲਈ ਵਿਦਾਇਗੀ ਰਸਮਾਂ ਨਾਲ ਭਰਪੂਰ ਹੁੰਦੀ ਸੀ। ਸਾਡੇ ਵਿਦਾ ਹੋਣ ਤੋਂ ਪਹਿਲਾਂ ਸਾਡੇ ਆਂਢੀਆਂ ਗੁਆਂਢੀਆਂ ਸਾਨੂੰ ਦਾਵਤਾਂ ਦਿੱਤੀਆਂ ਜਾਂਦੀਆਂ। ਛੁੱਟੀਆਂ ਦੇ ਪਿਛਲੇ ਦਿਨਾਂ ਵਿੱਚ ਸਾਡੇ ਖਾਣੇ ਜਾਤ ਪਾਤ ਜਾਂ ਧਰਮ ਦਾ ਖਿਆਲ ਨਾ ਕਰਦੇ ਹੋਏ ਆਮ ਤੌਰ 'ਤੇ ਗੁਆਂਢੀਆਂ ਦੇ ਘਰ ਹੀ ਹੁੰਦੇ ਸਨ। ਤਕਰੀਬਨ ਨਈਅਰ ਪਰਿਵਾਰ ਇਹ ਚਾਹੁੰਦੇ ਸਨ ਕਿ ਜਦੋਂ ਅਸੀਂ ਵਾਪਸ ਆਈਏ ਤਾਂ ਆਪਣੇ ਨਾਲ ਗੰਗਾ ਜਲ ਦੇ ਕੁਝ ਤੁਪਕੇ ਉਹਨਾਂ ਦੀ ਖਾਤਰ ਜ਼ਰੂਰ ਲੈ ਕੇ ਆਈਏ। ਉਹਨਾਂ ਦੇ ਖਿਆਲ ਵਿੱਚ ਅਸੀਂ ਬਹੁਤ ਹੀ ਪਵਿੱਤਰ ਇਸ਼ਨਾਨ ਖੁਸ਼ਕਿਸਮਤ ਸਾਂ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਗੰਗਾ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲਿਆ ਸੀ। ਇਸ ਤਰ੍ਹਾਂ ਅਸੀਂ ਸਖਤ ਕੋਸ਼ਿਸ਼ ਕਰਨ ਤੋਂ ਬਿਨਾਂ ਹੀ ਮੁਕਤੀ ਪ੍ਰਾਪਤ ਕਰ ਲਈ ਸੀ। ਵਿਦਾਇਗੀ ਵਾਲੇ ਦਿਨ ਸਾਡੇ ਘਰ ਦੇ ਵਿਹੜੇ ਵਿੱਚ ਆਦਮੀ, ਔਰਤਾਂ ਅਤੇ ਬੱਚਿਆਂ ਦੀ ਭੀੜ ਜਮ੍ਹਾਂ ਹੋ ਜਾਂਦੀ ਸੀ। ਸਾਡੇ ਗੁਆਂਢ ਦੇ ਬਹੁਤ ਸਾਰੇ ਆਦਮੀ, ਜਿਨ੍ਹਾਂ 'ਚੋਂ ਬਹੁਤੇ ਕਿਸਾਨ ਅਤੇ ਦਰਮਿਆਨੇ ਜਾਗੀਰਦਾਰ ਸਨ, ਉਸ ਦਿਨ ਸਾਨੂੰ ਅਲਵਿਦਾ ਕਹਿਣ ਲਈ ਆਪਣਾ ਕੰਮਾਂ 'ਤੇ ਨਾ ਜਾਂਦੇ ਸਨ। ਸਾਡੇ ਪਰਿਵਾਰ ਦੇ ਪਾਦਰੀ ਰੈਬ KP ਥਾਮਸ, ਜੋ ਕਿ ਮੇਰੇ ਚਾਚਾ ਦਾ ਲੜਕਾ ਹੈ, ਦੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਸਾਡੇ ਮਾਤਾ ਪਿਤਾ ਜੀ ਦੇ ਕਹਿਣ ਅਨੁਸਾਰ ਅਸੀਂ ਬਜ਼ੁਰਗ ਆਦਮੀਆਂ ਅਤੇ ਔਰਤਾਂ ਕੋਲ ਆਸ਼ੀਰਵਾਦ ਪ੍ਰਾਪਤ ਕਰਨ ਲਈ ਜਾਂਦੇ। ਉਹ ਸਾਡੇ ਮੱਥਿਆਂ ਨੂੰ ਪਰੋਸਦੇ ਹੋਏ ਸਾਨੂੰ ਆਸ਼ੀਰਵਾਦ ਦਿੰਦੇ। ਅਜਿਹਾ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰਦੇ। ਕਈ ਵਾਰ ਤਾਂ ਔਰਤਾਂ ਉੱਚੀ ਉੱਚੀ ਰੋਣ ਲੱਗ ਪੈਂਦੀਆਂ, ਜਿਨ੍ਹਾਂ ਨੂੰ ਵੇਖ ਕੇ ਸਾਡੀਆਂ ਅੱਖਾਂ ਵਿੱਚ ਵੀ ਅਥਰੂ ਆ ਜਾਂਦੇ। ਸੱਚਮੁੱਚ ਹੀ ਇਹ ਇੱਕ ਦਿਲ ਟੁੰਬ ਵੀ ਜੁਦਾਈ ਹੁੰਦੀ ਸੀ। ਇਸ ਦਾ ਸਮੁੱਚਾ ਪ੍ਰਭਾਵ ਸਾਡੇ ਦਿਲਾਂ 'ਤੇ ਸਾਰੀ ਯਾਤਰਾ ਦੌਰਾਨ ਰਹਿੰਦਾ। ਖੁਸ਼ਕਿਸਮਤੀ ਨਾਲ ਕਲਕੱਤੇ ਪਹੁੰਚਣ 'ਤੇ ਵੱਡੇ ਸ਼ਹਿਰਾਂ ਦੀ ਰੌਣਕ ਅਤੇ ਹੋਸਟਲ ਦੀਆਂ ਵਧੀਆ ਜ਼ਿੰਦਗੀ ਸਾਨੂੰ ਆਪਣੇ ਘਰ ਅਤੇ ਗੁਆਂਢੀਆਂ ਦੀ ਯਾਦ ਭੁਲਾ ਦਿੰਦੀ। ਅਗਲੀਆਂ ਗਰਮੀਆਂ ਵਿੱਚ ਜਦੋਂ ਸਾਡੀ ਵਾਪਸੀ ਦਾ ਸਮਾਂ ਹੁੰਦਾ ਤਾਂ ਅਜਿਹੇ ਵਿਚਾਰ ਸਾਡੇ ਮਨਾਂ 'ਤੇ ਫਿਰ ਆ ਜਾਂਦੇ। ਗੰਗਾ ਨਦੀ ਪਵਿੱਤਰ ਕੈਲਾਸ਼ ਹਿਮਾਲਿਆ ਤੋਂ ਨਿਕਲ ਕੇ ਗੰਗਾ ਦੇ ਮੈਦਾਨਾਂ ਵਿੱਚੋਂ ਦੀ ਹੁੰਦੀ ਹੋਈ 1500 ਮੀਲ ਦੀ ਦੂਰੀ 'ਤੇ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦੀ ਹੈ। ਗਰਮੀ ਦੇ ਮਹੀਨਿਆਂ ਵਿੱਚ ਹਿਮਾਲਿਆ 'ਤੇ ਬਰਫ਼ ਪਿਘਲਦੀ ਹੈ ਤਾਂ ਗੰਗਾ ਵਿੱਚ ਹੜ੍ਹ ਆ ਜਾਂਦਾ ਹੈ। ਇਹ ਇੱਕ ਤੇਜ਼ ਵਹਿਣ ਵਾਲਾ ਦਰਿਆ ਹੈ। ਇਸ ਦਾ ਪਾਣੀ ਹਮੇਸ਼ਾ ਗੰਧਲਾ ਹੁੰਦਾ ਹੈ। ਬੰਗਾਲ ਵਿੱਚ ਆਪਣੀ ਲੰਬੀ ਠਹਿਰ ਦੌਰਾਨ ਮੈਂ ਇਸ ਦਰਿਆ ਵਿੱਚ ਸਿਰਫ ਇੱਕ ਵਾਰ ਹੀ ਨਹਾਤਾ ਹਾਂ। ਇਸ ਮੌਕੇ 'ਤੇ ਮੈਨੂੰ ਇੱਕ ਦੁਖਦਾਈ ਤਜਰਬਾ ਪ੍ਰਾਪਤ ਹੋਇਆ, ਜਿਸ ਨੇ ਮੇਰਾ ਇਹ ਇਸ਼ਨਾਨ ਗੰਗਾ ਦਾ ਪਹਿਲਾ ਅਤੇ ਆਖਰੀ ਇਸ਼ਨਾਨ ਬਣਾ ਦਿੱਤਾ। ਇੱਕ ਡੂੰਘਾ ਗੋਤਾ ਲਾਉਣ ਤੋਂ ਬਾਅਦ ਜਿਉਂ ਹੀ ਮੈਂ ਆਪਣਾ ਸਿਰ ਪਾਣੀ 'ਚੋਂ ਬਾਹਰ ਕੱਢਿਆ ਤਾਂ ਇੱਕ ਸਫੈਦ ਅਤੇ ਪਤਲੀ ਜਿਹੀ ਚੀਜ਼ ਮੇਰੇ ਨਾਲ ਛੂਹ ਗਈ। ਇਹ ਕਿਸੇ ਮਨੁੱਖ ਦਾ ਮੱਛੀਆਂ ਦੁਆਰਾ ਖਾਧਾ ਗਿਆ ਹੱਥ ਸੀ, ਜਿਹੜਾ ਗੜ ਸਲ ਚੁੱਕਿਆ ਸੀ। ਇਸ ਗੱਲ ਨੇ ਮੈਨੂੰ ਬਿਮਾਰ ਕਰ ਦਿੱਤਾ ਅਤੇ ਮੈਨੂੰ ਕਈ ਦਿਨ ਭੋਜਨ ਤੋਂ ਬਗੈਰ ਰਹਿਣਾ ਪਿਆ। ਭਾਵੇਂ ਅੱਜ ਕੱਲ੍ਹ ਇਸ ਦੀ ਮਨਾਹੀ ਹੈ, ਪਰੰਤੂ ਮੇਰੇ ਜਵਾਨੀ ਦੇ ਦਿਨਾਂ ਵਿੱਚ ਤਾਂ ਹਿੰਦੂਆਂ ਵਿੱਚ ਇਹ ਪ੍ਰਥਾ ਆਮ ਪ੍ਰਚਲਿਤ ਹੁੰਦੀ ਸੀ ਕਿ ਉਹ ਆਪਣੇ ਮੁਰਦਿਆਂ ਨੂੰ ਗੰਗਾ ਵਿੱਚ ਸੁੱਟ ਦਿੰਦੇ ਸਨ। ਅਜਿਹਾ ਕਰਨ ਨਾਲ ਉਹਨਾਂ ਨੂੰ ਯਕੀਨ ਹੋ ਜਾਂਦਾ ਸੀ ਕਿ ਵਿਛੜੀਆਂ ਰੂਹਾਂ ਤੋਂ
ਮੁਕਤੀ ਮਿਲੇਗੀ। ਜਿਹੜੇ ਲੋਕ ਇਸ ਦਰਿਆ ਤੋਂ ਬਹੁਤ ਦੂਰੀ ਤੇ ਰਹਿੰਦੇ ਸਨ, ਉਹ ਦਾਹ ਸੰਸਕਾਰ ਤੋਂ ਬਾਅਦ ਮੁਰਦੇ ਦੀਆਂ ਹੱਡੀਆਂ ਤੇ ਰਾਖ ਗੰਗਾ ਵਿੱਚ ਪ੍ਰਵਾਹ ਕਰ ਦਿੰਦੇ ਸਨ ਤੇ ਇਸ ਦਰਿਆ ਵਿੱਚੋਂ ਅਨੇਕਾਂ ਗਲੀਆਂ ਸੜੀਆਂ ਲਾਸ਼ਾਂ ਨੂੰ ਤੈਰਦੇ ਹੋਏ ਵੇਖਿਆ ਜਾ ਸਕਦਾ ਸੀ। ਇਸ ਦਰਿਆ ਦੇ ਕਿਨਾਰੇ ਤੇ ਵਸੇ ਹੋਏ ਸ਼ਹਿਰਾਂ ਤੇ ਪਿੰਡਾਂ ਵਿੱਚ ਹਰ ਰੋਜ਼ ਹਜ਼ਾਰਾਂ ਹੀ ਲਾਸ਼ਾਂ ਇਸ ਅਖੌਤੀ ਪਵਿੱਤਰ ਦਰਿਆ ਦੇ ਜਲ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ। ਅਜੇ ਤੱਕ ਭਾਰਤ ਦੇ ਕੋਨੇ-ਕੋਨੇ ਤੋਂ ਆ ਕੇ ਲੱਖਾਂ ਹੀ ਸ਼ਰਧਾਲੂ ਅਤੇ ਭਗਤ ਇਸ ਦੇ ਮੈਲੇ ਪਾਣੀ ਨੂੰ ਪੀ ਅਤੇ ਇਸ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਦੇ ਹਨ। ਮੈਂ ਅਜਿਹੇ ਸ਼ਰਧਾਲੂਆਂ ਨੂੰ ਵੇਖਿਆ ਹੈ ਜਿਹੜੇ ਇਸ਼ਨਾਨ ਕਰਦੇ ਸਮੇਂ ਰਸਤੇ ਵਿੱਚ ਆਉਣ ਵਾਲੀਆਂ ਲਾਸ਼ਾਂ ਨੂੰ ਪਰੇ ਧੱਕ ਦਿੰਦੇ ਹਨ। ਉਹ ਇਸ ਗੱਲ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ, ਕਿਉਂਕਿ ਬਚਪਨ ਤੋਂ ਹੀ ਉਹਨਾਂ ਦੇ ਦਿਨਾਂ ਵਿੱਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਲਾਸ਼ਾਂ ਦੇ ਬਾਵਜੂਦ ਵੀ ਗੰਗਾ ਦਾ ਪਾਣੀ ਸ਼ੁੱਧ ਅਤੇ ਪਵਿੱਤਰ ਹੈ। ਇਸ ਪਵਿੱਤਰ ਦਰਿਆ ਵਿੱਚ ਇਸ਼ਨਾਨ ਕਰਨ ਦੇ ਆਪਣੇ ਪਹਿਲੇ ਤਜਰਬੇ ਤੋਂ ਪ੍ਰਭਾਵਿਤ ਹੋ ਕੇ ਮੈਂ ਫੈਸਲਾ ਕਰ ਲਿਆ ਕਿ ਆਪਣੇ ਚੰਗੇ ਗੁਆਂਢੀਆਂ ਲਈ ਇਸ ਪਾਣੀ ਦਾ ਇੱਕ ਤੁਪਕਾ ਵੀ ਨਹੀਂ ਲਿਜਾਵਾਂਗਾ, ਕਿਉਂਕਿ ਅਸੀਂ ਆਪਣੇ ਗੁਆਂਢੀਆਂ ਨੂੰ ਨਿਰਾਸ਼ ਨਹੀਂ ਸੀ ਕਰਨਾ ਚਾਹੁੰਦੇ। ਇਸ ਲਈ ਮੈਂ ਤੇ ਬਹਿਲਾਨ ਨੇ ਫੈਸਲਾ ਕੀਤਾ ਕਿ ਗੰਗਾ ਦੇ ਪਾਣੀ ਦੀ ਬਜਾਏ ਇੱਕ ਚੰਗੇ ਖੂਹ ਦਾ ਪਾਣੀ ਲਿਜਾਇਆ ਜਾਵੇ। ਉਹਨਾਂ ਦਿਨਾਂ ਵਿੱਚ ਤਿਰੂਵਾਲਾ ਦਾ ਸਭ ਤੋਂ ਨੇੜਲਾ ਸਟੇਸ਼ਨ ਕਟਾਰਕਾਰਾ ਸੀ। ਜਦੋਂ ਅਸੀਂ ਕਟਾਰਕਾਰੇ ਦੇ ਰੇਲਵੇ ਸਟੇਸ਼ਨ 'ਤੇ ਉਤਰੇ ਤਾਂ ਉੱਥੋਂ ਦੇ ਮੁਸਾਫਰ ਘਰ ਵਿੱਚੋਂ ਅਸੀਂ ਪਾਣੀ ਦੇ ਪੰਪ ਦੀਆਂ 2 ਬੋਤਲਾਂ ਭਰ ਲਈਆਂ। ਉਹਨਾਂ ਉੱਪਰ ਕਾਰਕ ਚੰਗੀ ਤਰ੍ਹਾਂ ਫਿੱਟ ਕਰਕੇ ਉਹਨਾਂ ਨੂੰ ਆਮ ਸਮਾਨ ਨਾਲ ਹੀ ਰੱਖ ਲਿਆ। ਉਸ ਸਮੇਂ ਤੋਂ ਬੋਤਲਾਂ ਦੇ ਪਾਣੀ ਨੂੰ ਅਸੀਂ ਗੰਗਾ ਜਲ ਹੀ ਕਹਿਣ ਲੱਗ ਪਏ। ਤਿਰੂਵਾਲਾ ਪਹੁੰਚਣ ਲਈ 36 ਮੀਲ ਦਾ ਰਸਤਾ ਅਸੀਂ ਬੱਸ ਰਾਹੀਂ ਤੈਅ ਕਰਨਾ ਸੀ। ਅੱਡੋ ਅੱਡ ਮਾਲਕਾਂ ਦੀਆਂ ਕਿੰਨੀਆਂ ਹੀ ਬੱਸਾਂ ਇਸ ਰੂਟ 'ਤੇ ਚੱਲਦੀਆਂ ਸਨ। ਉਹਨਾਂ ਬੱਸਾਂ ਦੇ ਮਾਲਕਾਂ ਵਿਚਕਾਰ ਕਾਫੀ ਮੁਕਾਬਲੇਬਾਜ਼ੀ ਅਤੇ ਖਹਿਬਾਜ਼ੀ ਸੀ। ਇਹ ਮੁਕਾਬਲੇਬਾਜ਼ੀ ਯਾਤਰੀਆਂ ਲਈ ਇੱਕ ਵਰਦਾਨ ਸੀ, ਕਿਉਂਕਿ ਬੱਸਾਂ ਦੇ ਮਾਲਕ ਉਹਨਾਂ ਨਾਲ ਵਧੀਆ ਸਲੂਕ ਕਰਦੇ ਸਨ। ਉਹਨਾਂ ਦਿਨਾਂ ਵਿੱਚ ਬੱਸਾਂ ਉੱਤੇ ਕੋਈ ਸਰਕਾਰੀ ਕੰਟਰੋਲ ਨਹੀਂ ਸੀ ਹੁੰਦਾ, ਇਸ ਲਈ ਬੱਸਾਂ ਆਉਂਦੀਆਂ ਅਤੇ ਬਗੈਰ ਕਿਸੇ ਨਿਸ਼ਚਿਤ ਸਮੇਂ ਤੋਂ ਚਲੀਆਂ ਜਾਂਦੀਆਂ। ਜਿਹੜੇ ਰੂਟਾਂ ਨੂੰ ਡਰਾਈਵਰ ਪਸੰਦ ਕਰਦੇ, ਬੱਸਾਂ ਉੱਧਰ ਨੂੰ ਹੀ ਚੱਲ ਪੈਂਦੀਆਂ। ਜਿੱਥੇ ਯਾਤਰੀ ਚਾਹੁੰਦੇ ਉੱਥੇ ਹੀ ਰੁਕ ਜਾਂਦੀਆਂ ਅਤੇ ਜਦੋਂ ਮਾਲਕ ਚਾਹੁੰਦੇ ਇਹ ਯਾਤਰਾਵਾਂ ਕੈਂਸਲ ਹੋ ਜਾਂਦੀਆਂ। ਕਿਰਾਇਆ ਵਸੂਲਣ ਲਈ ਬੱਸਾਂ ਦੇ ਕੰਡਕਟਰ ਆਪਣੇ ਆਪ ਹੀ ਕਟਰਕਾਰਾ ਸਟੇਸ਼ਨ ਤੋਂ ਯਾਤਰੀਆਂ ਦਾ ਸਮਾਨ ਆਪਣੀਆਂ ਬੱਸਾਂ ਦੇ ਉੱਪਰ ਰੱਖ ਦਿੰਦੇ। ਇੱਕ ਵਾਰ ਸਮਾਨ ਬੱਸ ਦੇ ਉੱਪਰ ਚੜ੍ਹ ਜਾਂਦਾ ਤਾਂ ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਸਮਾਨ ਦੇ ਮਾਲਕ ਬੱਸ ਵਿੱਚ ਜ਼ਰੂਰ ਬੈਠਣਗੇ। ਕੰਡਕਟਰ ਅਤੇ ਕਲੀਨਰ ਜਦੋਂ ਸਾਡੇ ਸਮਾਨ ਨੂੰ ਲਾਪਰਵਾਹੀ ਅਤੇ ਕਾਹਲੀ ਨਾਲ ਸੁੱਟ ਰਹੇ ਸਨ ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਸਾਡੇ ਸਮਾਨ ਨੂੰ ਧਿਆਨ ਨਾਲ ਰੱਖਣ ਤਾਂ ਕਿ ਗੰਗਾ ਜਲ ਦੀਆਂ ਬੋਤਲਾਂ ਨਾ ਟੁੱਟ ਜਾਣ। ਗੰਗਾ ਜਲ ਸ਼ਬਦ ਦਾ ਉਹਨਾਂ ਕੰਡਕਟਰਾਂ ਅਤੇ ਯਾਤਰੀਆਂ ਉੱਤੇ ਬਿਜਲੀ ਦੇ ਕਰੰਟ ਵਰਗਾ ਅਸਰ ਹੋਇਆ। ਉਹਨਾਂ ਨੇ ਬੜੀ ਸ਼ਰਧਾ ਨਾਲ ਬੋਤਲਾਂ ਨੂੰ ਸੰਭਾਲਿਆ ਅਤੇ ਸਾਨੂੰ ਡਰਾਈਵਰ ਦੇ ਨੇੜੇ ਖਾਸ ਸੀਟਾਂ 'ਤੇ ਬਿਠਾਇਆ। ਆਖਿਰਕਾਰ ਤਿਰੂਵਾਲਾ ਪਹੁੰਚਣ 'ਤੇ ਸਾਨੂੰ ਆਪਣੇ ਘਰ ਪਹੁੰਚਾਉਣ ਲਈ ਉਹਨਾਂ ਨੇ ਬੱਸਾਂ ਦਾ ਰੂਟ ਬਦਲਿਆ ਅਤੇ 2 ਮੀਲ ਦਾ ਵਿੰਗ ਪਾ ਲਿਆ। ਅਖੀਰ ਉਹਨਾਂ ਨੇ ਸਾਡਾ ਸਮਾਨ ਉਤਾਰ ਕੇ ਸਾਨੂੰ ਬੇਨਤੀ ਕੀਤੀ ਕਿ ਅਸੀਂ ਇੱਕ ਸ਼ੀਸ਼ੀ ਵਿੱਚੋਂ ਥੋੜ੍ਹਾ ਜਿਹਾ ਗੰਗਾ ਜਲ ਪਾ ਕੇ ਉਹਨਾਂ ਨੂੰ ਦੇ ਦਈਏ ਤਾਂ ਕਿ ਡਰਾਈਵਰ, ਕਲੀਨਰ ਅਤੇ ਕੰਡਕਟਰ ਇਸ ਗੰਗਾ ਜਲ ਨੂੰ ਆਪਸ ਵਿੱਚ ਵੰਡ ਲੈਣ। ਅਸੀਂ ਦੋਵੇਂ ਬੋਤਲਾਂ ਆਪਣੇ ਈਸਾਈ ਮਾਤਾ ਨੂੰ ਦੇ ਦਿੰਦੇ ਸਾਂ ਅਤੇ ਉਹ ਖੁਸ਼ੀ-ਖੁਸ਼ੀ ਸਾਡੇ ਨਈਅਰ ਗੁਆਂਢੀਆਂ ਨੂੰ ਬੜੇ ਆਦਰ ਨਾਲ ਲੋੜ ਅਨੁਸਾਰ ਗੰਗਾ ਜਲ ਦੇ ਦਿਆ ਕਰਦੀ ਸੀ। 1942 ਵਿੱਚ ਹੋਈ ਉਸ ਦੀ ਮੌਤ ਤੱਕ ਅਸੀਂ ਗੰਗਾ ਜਲ ਦੀ ਸੱਚੀ ਕਹਾਣੀ ਉਸ ਨੂੰ ਨਹੀਂ ਸੀ ਦੱਸੀ। ਪਹਿਲੇ 2 ਦਿਨ ਗੁਆਂਢੀ ਸਾਡੀ ਆਓ ਭਗਤ ਕਰਨ ਲਈ ਸਾਡੇ ਘਰ ਇਕੱਠੇ ਹੋ ਜਾਂਦੇ ਅਤੇ ਗੰਗਾ ਜਲ ਵਿੱਚੋਂ ਆਪਣਾ ਹਿੱਸਾ ਲੈ ਲੈਂਦੇ। ਅਗਲੀਆਂ ਗਰਮੀਆਂ ਵਿੱਚ ਫਿਰ ਇਹੀ ਸਾਜ਼ਿਸ਼ ਦੁਹਰਾਈ ਜਾਂਦੀ ਸੀ। ਇਸ ਤਰ੍ਹਾਂ ਲਗਾਤਾਰ 4 ਸਾਲ ਤੱਕ ਅਸੀਂ ਆਪਣੀ ਮਾਂ ਅਤੇ ਹੋਰ ਹਿੰਦੂ ਪਰਿਵਾਰਾਂ ਨੂੰ ਕਟਰਕਾਰਾ ਰੇਲਵੇ ਸਟੇਸ਼ਨ ਦੇ ਪਾਣੀ ਨਾਲ ਧੋਖਾ ਦੇਣਾ ਜਾਰੀ ਰੱਖਿਆ। ਹਰ ਛੁੱਟੀ ਵਾਲੇ ਦਿਨ ਅਸੀਂ ਇਸ ਪਵਿੱਤਰ ਪਾਣੀ ਦੇ ਚਮਤਕਾਰੀ ਪ੍ਰਭਾਵਾਂ ਬਾਰੇ ਕਹਾਣੀਆਂ ਸੁਣਦੇ। ਪੁੱਤਰ ਰਮਨ ਨਈਅਰ ਨੇ ਦੱਸਿਆ, ਪਿਛਲੇ 2 ਸਾਲਾਂ ਤੋਂ ਅਸੀਂ ਕੋਈ ਡਾਕਟਰੀ ਸਹਾਇਤਾ ਨਹੀਂ ਲਈ। ਪਿਛਲੇ ਅਪ੍ਰੈਲ ਵਿੱਚ ਮੇਰੀ ਮਾਂ ਨੂੰ ਜ਼ੋਰਦਾਰ ਪੇਸ਼ਿਸ਼ ਹੋ ਗਈ। ਮੈਂ ਉਸ ਨੂੰ ਸ਼ਹਿਦ ਦੇ ਇੱਕ ਚਮਚੇ ਵਿੱਚ ਸਿਰਫ 2 ਗੰਗਾ ਜਲ ਦੇ ਤੁਪਕੇ ਪਾ ਕੇ ਦਿੱਤੇ ਅਤੇ ਉਹ ਬਿਲਕੁਲ ਠੀਕ ਹੋ ਗਈ। 3 ਘੰਟੇ ਦੇ ਅੰਦਰ ਅੰਦਰ ਉਸ ਨੂੰ ਆਰਾਮ ਆ ਗਿਆ। ਲక్ష్ਮੀ ਅੰਮਾ ਨੇ ਕਿਹਾ, ਮੇਰੀ ਲੜਕੀ ਜਦੋਂ ਬੁਖਾਰ ਜਾਂ ਠੰਡ ਨਾਲ ਬਿਮਾਰ ਹੋ ਜਾਂਦੀ ਹੈ ਤਾਂ ਗੰਗਾ ਜਲ ਦਾ ਇੱਕ ਤੁਪਕਾ ਉਸ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦਾ ਹੈ। ਜਦੋਂ ਵੀ ਮੇਰੇ ਸਿਰ ਵਿੱਚ ਦਰਦ ਉੱਠਦਾ ਹੈ ਤਾਂ ਮੈਂ ਆਪਣੇ ਮੱਥੇ 'ਤੇ ਥੋੜ੍ਹਾ ਗੰਗਾ ਜਲ ਲਗਾ ਲੈਂਦੀ ਹਾਂ ਤੇ ਦਰਦ ਬਿਲਕੁਲ ਹਟ ਜਾਂਦਾ ਹੈ। ਜੇਕਰ ਹੁੰਦਾ ਵੀ ਹੈ ਤਾਂ ਬਹੁਤ ਥੋੜ੍ਹਾ।
ਪ੍ਰੂਕਟੀ ਨਾਂ ਦੀ ਔਰਤ, ਜਿਸ ਨੂੰ ਪਹਿਲੇ 2 ਗੁੰਝਲਦਾਰ ਜਣੇਪਿਆਂ ਸਮੇਂ ਬਹੁਤ ਹੀ ਔਖ ਦਾ ਸਾਹਮਣਾ ਕਰਨਾ ਪਿਆ ਸੀ, ਉਸਨੇ ਤੀਸਰੇ ਬੱਚੇ ਨੂੰ ਘਰ ਵਿੱਚ ਬੜੇ ਆਰਾਮ ਨਾਲ ਜਨਮ ਦੇ ਦਿੱਤਾ। ਉਸਨੇ ਸਿਰਫ ਇਹੀ ਕੀਤਾ ਕਿ ਉਸ ਨੂੰ ਜਨਮ ਪੀੜ ਸ਼ੁਰੂ ਹੋਈ ਤਾਂ ਉਸਨੇ ਗੰਗਾ ਜਲ ਦੇ 2 ਤੁਪਕੇ ਮੂੰਹ ਵਿੱਚ ਪਾ ਲਏ। ਨਾਰਾਇਣ ਕੁਰੂਪ ਨੇ ਗੰਗਾ ਜਲ ਦੀ ਚਮਤਕਾਰੀ ਸ਼ਕਤੀ ਨੂੰ ਪ੍ਰਯੋਗੀ ਪੜਤਾਲ ਰਾਹੀਂ ਸਿੱਧ ਕੀਤਾ। ਉਸਨੇ ਆਪਣੇ ਬਾਗ ਵਿੱਚ 2 ਅੰਬਾਂ ਦੇ ਬੂਟੇ ਲਾਏ ਸਨ। ਦੋਵੇਂ ਇੱਕ ਕਿਸਮ, ਇੱਕੋ ਆਕਾਰ ਅਤੇ ਇੱਕੋ ਉਮਰ ਦੇ ਸਨ। ਖੁਸ਼ਕ ਮੌਸਮ ਵਿੱਚ ਉਹ ਦੋਵਾਂ ਬੂਟਿਆਂ ਨੂੰ ਪਾਣੀ ਦਿੰਦਾ। ਇੱਕ ਵਾਰ ਉਸਨੇ ਉਹਨਾਂ ਵਿੱਚੋਂ ਇੱਕ ਬੂਟੇ ਨੂੰ ਗੰਗਾ ਜਲ ਦੇ ਕੁਝ ਤੁਪਕੇ ਮਿਲਾ ਕੇ ਪਾਣੀ ਪਾ ਦਿੱਤਾ। ਜਦੋਂ ਫਲਾਂ ਦੀ ਰੁੱਤ ਆਈ ਤਾਂ ਉਹ ਦਰਖਤ ਦੇ ਤਾਂ ਫੁੱਲਾਂ ਨਾਲ ਭਰ ਗਿਆ, ਪਰੰਤੂ ਦੂਜੇ ਦਰਖਤ ਨੂੰ ਕੁੱਝਣਾ ਲੱਗਾ। ਚਕਰੋਬ ਪੱਚੂ ਪਿੱਲੇ ਨੇ ਖੂਹ ਦੇ ਪਾਣੀ ਵਿੱਚ ਇੱਕ ਚਮਚਾ ਗੰਗਾ ਜਲ ਦਾ ਪਾ ਕੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਿਮਾਰੀ ਤੋਂ ਬਚਾ ਲਿਆ। ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਇੱਕ ਵੀ ਵਿਅਕਤੀ ਕਦੇ ਬਿਮਾਰ ਨਹੀਂ ਹੋਇਆ। ਇਸ ਤਰ੍ਹਾਂ ਸਾਡੇ ਗੁਆਂਢੀਆਂ ਦੁਆਰਾ ਦੱਸੇ ਗਏ ਚਮਤਕਾਰਾਂ ਦੀਆਂ ਅਨੇਕਾਂ ਹੀ ਕਹਾਣੀਆਂ ਹਨ। ਹਰ ਵਾਰ ਸਾਡੇ ਗੁਆਂਢੀ ਸਾਨੂੰ ਗੰਗਾ ਜਲ ਲਿਆਉਣ ਲਈ ਬੇਨਤੀ ਕਰਦੇ ਸਨ। ਆਓ ਜਾਣੀਏ ਇਸ ਦੀ ਵਿਆਖਿਆ। ਗੰਗਾ ਜਲ ਦੀਆਂ ਚਮਤਕਾਰੀਆਂ ਸ਼ਕਤੀਆਂ ਵਿੱਚ ਲੋਕਾਂ ਦਾ ਵਿਸ਼ਵਾਸ ਬਹੁਤ ਹੀ ਪੁਰਾਣਾ ਹੈ। ਹਰ ਮੁਲਕ ਅਤੇ ਹਰ ਤਬਕੇ ਦੇ ਵਿਅਕਤੀ ਨੇ ਪਵਿੱਤਰ ਅਤੇ ਸ਼ੁਭ ਵਸਤੂਆਂ, ਵਿਅਕਤੀਆਂ, ਥਾਵਾਂ ਅਤੇ ਸਮਿਆਂ ਵਿੱਚ ਚਮਤਕਾਰੀ ਸ਼ਕਤੀਆਂ ਹੋਣ ਦਾ ਝੂਠਾ ਵਿਸ਼ਵਾਸ ਬਣਾਇਆ ਹੋਇਆ ਹੈ। ਆਦਮੀ ਦੇ ਮਨ ਤੋਂ ਮਨੋਵਿਗਿਆਨਿਕ ਪ੍ਰਭਾਵ ਤੋਂ ਬਗੈਰ ਕੋਈ ਵੀ ਅਜਿਹਾ ਸਬੂਤ ਨਹੀਂ ਮਿਲਦਾ ਜਿਹੜਾ ਇਹਨਾਂ ਵਿਸ਼ਵਾਸਾਂ ਦੀ ਅਸਲੀ ਸੱਚਾਈ ਨੂੰ ਸਿੱਧ ਕਰ ਸਕੇ। ਜਦੋਂ ਮਾਨਸਿਕ ਸੁਝਾਵਾਂ ਦੁਆਰਾ ਲਾਭਦਾਇਕ ਪ੍ਰਭਾਵ ਪ੍ਰਾਪਤ ਕੀਤੇ ਜਾ ਸਕਦੇ ਹਨ। ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿੱਚ ਅਨੇਕਾਂ ਮਾਨਸਿਕ ਰੋਗੀ ਇਹਨਾਂ ਪ੍ਰਭਾਵਾਂ ਦੇ ਨੁਕਸਾਨਦਾਇਕ ਨਤੀਜਿਆਂ ਕਰਕੇ ਹੀ ਹਨ। ਜਿਹੜਾ ਆਦਮੀ ਪਵਿੱਤਰਤਾ ਵਿੱਚ ਵਿਸ਼ਵਾਸ ਰੱਖਦਾ ਹੈ, ਲਾਜ਼ਮੀ ਹੈ ਉਹ ਕਿਸੇ ਕਿਸਮ ਦੇ ਬੇਅਦਬੀ ਦੇਖ ਕੇ ਮਾਨਸਿਕ ਵਿਕਾਰ ਦਾ ਸ਼ਿਕਾਰ ਹੋ ਜਾਵੇਗਾ। ਮਨੋਵਿਗਿਆਨ ਸਾਨੂੰ ਦੱਸਦਾ ਹੈ ਕਿ ਅਜਿਹੀਆਂ ਮਾਨਸਿਕ ਉਲਝਣਾਂ ਦਾ ਸ਼ਿਕਾਰ ਆਮ ਤੌਰ 'ਤੇ ਲਾਈਲਗ ਜਾਂ ਕਮਜ਼ੋਰ ਦਿਲ ਵਾਲੇ ਲੋਕ ਹੀ ਹੁੰਦੇ ਹਨ। ਮੇਰੇ ਕੋਲ ਇਲਾਜ ਲਈ ਆਉਣ ਵਾਲੇ ਬਹੁਤ ਸਾਰੇ ਮਾਨਸਿਕ ਰੋਗੀਆਂ ਤੋਂ ਮੈਂ ਜੋ ਅੰਕੜੇ ਪ੍ਰਾਪਤ ਕੀਤੇ ਹਨ, ਉਹਨਾਂ ਤੋਂ ਸਿੱਧ ਹੁੰਦਾ ਹੈ ਕਿ ਰੋਗੀਆਂ ਦੀ ਗਿਣਤੀ ਉੱਥੇ ਹੀ ਵਧੇਰੇ ਹੁੰਦੀ ਹੈ ਜਿੱਥੇ ਭਰਮਾਂ ਅਤੇ ਵਹਿਮਾਂ ਦੀ ਗਿਣਤੀ ਵੱਧ ਹੁੰਦੀ ਹੈ। ਅਜਿਹੀਆਂ ਜਾਤੀਆਂ ਵਿੱਚ ਵੀ ਔਰਤ ਰੋਗੀਆਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਲੜਕੀਆਂ ਨੂੰ ਚੰਗੀ ਵਿਦਿਆ ਨਾ ਦੇਣ ਨਾਲ ਅਤੇ ਪਰਦੇ ਜਾਂ ਬੁਰਕੇ ਹਟਾਉਣ ਨਾਲ ਔਰਤ ਵਿੱਚ ਮਾਨਸਿਕ ਬਿਮਾਰੀ ਘੱਟ ਹੋ ਸਕਦੀ ਹੈ। ਇੱਕ ਵਰਤਮਾਨ ਸਿੱਖਿਆ ਦਾ ਡਿਪਟੀ ਡਾਇਰੈਕਟਰ ਕੁਝ ਸਮਾਂ ਪਹਿਲਾਂ ਜਾਫਨਾ ਸੈਂਟਰਲ ਕਾਲਜ ਵਿੱਚ ਪੜ੍ਹਾਉਂਦਾ ਸੀ, ਜਿੱਥੇ ਮੈਂ ਇੱਕ ਅਧਿਆਪਕ ਦੇ ਤੌਰ 'ਤੇ ਸੀ। ਇੱਕ ਦਿਨ ਉਸਦੇ ਸਟਾਫ ਦੇ ਕਮਰੇ ਵਿੱਚ ਪਏ ਘੜੇ ਵਿੱਚੋਂ ਪਾਣੀ ਪੀ ਲਿਆ। ਕੁਝ ਘੰਟੇ ਪਿੱਛੋਂ ਇੱਕ ਹੋਰ ਅਧਿਆਪਕ ਨੇ ਬਾਕੀ ਬਚਦਾ ਪਾਣੀ ਕਲਾਸ ਵਿੱਚ ਉਲਟਾ ਲਿਆ। ਉਸ ਪਾਣੀ ਵਿੱਚੋਂ ਇੱਕ ਛੋਟਾ ਜਿਹਾ ਮਰਿਆ ਹੋਇਆ ਸੱਪ ਨਿਕਲਿਆ। ਡਾਇਰੈਕਟਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਿਮਾਰ ਪੈ ਗਿਆ। ਉਸ ਨੂੰ ਲਗਾਤਾਰ ਉਲਟੀਆਂ ਆਉਣ ਲੱਗ ਪਈਆਂ ਤੇ ਫਿਕਰ ਲੱਗ ਪਿਆ। ਜਦੋਂ ਅਸੀਂ ਉਸ ਨੂੰ ਯਕੀਨ ਦਿਵਾਇਆ ਕਿ ਉਸਨੇ ਤਾਂ ਪਾਣੀ ਉਸੇ ਮੇਜ਼ 'ਤੇ ਪਏ ਹੋਰ ਘੜੇ ਵਿੱਚੋਂ ਪੀਤਾ ਹੈ, ਤਾਂ ਉਸ ਦੀਆਂ ਉਲਟੀਆਂ ਬੰਦ ਹੋ ਗਈਆਂ। ਭਾਵੇਂ ਉਸਨੇ ਪਾਣੀ ਉਸੇ ਘੜੇ 'ਚੋਂ ਪੀਤਾ ਸੀ, ਪਰ ਉਸ ਦੀਆਂ ਉਲਟੀਆਂ ਇੱਕ ਵਿਸ਼ਵਾਸ ਹੋ ਜਾਣ ਦੇ ਬਾਅਦ ਹਟੀਆਂ ਕਿ ਜਿਸ ਘੜੇ ਵਿੱਚੋਂ ਉਸਨੇ ਪਾਣੀ ਪੀਤਾ ਹੈ ਉਹ ਘੜਾ ਤਾਂ ਸਾਫ਼ ਸੀ। ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਕੋਈ ਮਨੋਵਿਗਿਆਨਕ ਢੰਗ ਰਾਹੀਂ ਬਿਮਾਰ ਹੁੰਦਾ ਹੈ ਤੇ ਕਿਵੇਂ ਉਸ ਦਾ ਇਲਾਜ ਕੀਤਾ ਜਾਂਦਾ ਹੈ। ਫਿਰ ਵੀ ਦਲੀਲਬਾਜ਼ੀ ਕਰਨਾ ਕਿ ਉਸ ਬਿਮਾਰੀ ਦਾ ਇਲਾਜ ਵਿਸ਼ਵਾਸ ਰਾਹੀਂ ਹੋ ਸਕਦਾ ਹੈ, ਜਿਹੜੀ ਮਾਨਸਿਕ ਕਾਰਨਾਂ ਕਰਕੇ ਨਹੀਂ ਹੈ, ਇੱਕ ਵਾਹੀਅਤ ਹੈ। ਕਟਰਕਾਰਾ ਰੇਲਵੇ ਸਟੇਸ਼ਨ ਦੇ ਪਾਣੀ ਨੇ ਸਾਡੇ ਗੁਆਂਢੀਆਂ 'ਤੇ ਕੋਈ ਚਮਤਕਾਰ ਨਹੀਂ ਕੀਤਾ। ਸਾਡੇ ਗੁਆਂਢੀਆਂ ਦੀਆਂ ਕਹਾਣੀਆਂ ਸਾਨੂੰ ਦੱਸਦੀ ਹੈ ਕਿ ਅਜਿਹੇ ਸਧਾਰਨ ਆਦਮੀ, ਜਿਨ੍ਹਾਂ ਦੇ ਮਨ ਵਿੱਚ ਬਚਪਨ ਤੋਂ ਹੀ ਗੰਗਾ ਜਲ ਦੀਆਂ ਚਮਤਕਾਰੀ ਸ਼ਕਤੀਆਂ ਪ੍ਰਤੀ ਵਿਸ਼ਵਾਸ ਭਰ ਦਿੱਤਾ ਜਾਂਦਾ ਹੈ, ਕਿਵੇਂ ਲਾਈਲਗ ਬਣ ਜਾਂਦੇ ਹਨ। ਤਰਕ ਅਤੇ ਅਸਲੀਅਤ ਦੇ ਨੂੰ ਛੱਡ ਕੇ ਉਹਨਾਂ ਦੇ ਮਨ ਕੇਵਲ ਆਪਣੇ ਅੰਧ ਵਿਸ਼ਵਾਸ ਮੁਤਾਬਕ ਮੈਚ ਬੈਠਦੇ ਭਾਵ ਅਰਥ ਅਤੇ ਵਿਆਖਿਆਵਾਂ ਦੇਣ ਲੱਗ ਪੈਂਦੇ ਹਨ। ਕੁਰਬਾਨੀਆਂ, ਬਲੀਆਂ, ਧਾਰਮਿਕ ਯਾਤਰਾਵਾਂ, ਪ੍ਰਾਰਥਨਾਵਾਂ, ਭੇਟਾਂ, ਪੂਜਾ, ਕਸਮਾਂ, ਆਰਾਧਨਾ, ਗੰਗਾ ਜਲ, ਪ੍ਰਸ਼ਾਦ, ਬਪਤਿਸਮਾ, ਈਸਾਈਅਤ ਦਾ ਨਾਮਕਰਨ ਦਾ ਸੰਸਕਾਰ, ਪਵਿੱਤਰ ਰਾਖ ਆਦਿ ਦੇ ਅਖੌਤੀ ਲਾਭਦਾਇਕ ਪ੍ਰਭਾਵ ਕੁਝ ਵੀ ਨਹੀਂ ਹਨ। ਸਿਰਫ ਇਹ ਅੰਤਰਮੁਖੀ ਤਜਰਬੇ ਹਨ, ਜਿਨ੍ਹਾਂ ਪਿੱਛੇ ਕੋਈ ਬਾਹਰਮੁਖੀ ਸੱਚਾਈ ਨਹੀਂ ਹੈ। ਇਸ ਤਰ੍ਹਾਂ ਸਰਾਪ, ਜਾਦੂ ਟੂਣੇ, ਭੂਤ ਪ੍ਰੇਤ, ਜਨਮ ਕੁੰਡਲੀਆਂ, ਸ਼ੁਭ ਅਸ਼ੁਭ ਆਦਿ ਗੱਲਾਂ ਸਿਰਫ ਲਾਈਲਗ ਮੂਰਖਾਂ ਨੂੰ ਹੀ ਨੁਕਸਾਨ ਪਹੁੰਚਾ ਸਕਦੀਆਂ ਹਨ। ਪੜ੍ਹਾਈ ਅਤੇ ਸੂਝ ਨੂੰ ਹੀ ਚੇਤਨਾ ਦੀ ਨਿਸ਼ਾਨੀ ਨਹੀਂ ਸਮਝਣਾ ਚਾਹੀਦਾ। ਸੱਚਾਈ ਤਾਂ ਇਹ ਹੈ ਕਿ ਕਿੰਨੇ ਹੀ ਪੜ੍ਹੇ ਲਿਖੇ ਅਤੇ ਉੱਚ ਅਹੁਦਿਆਂ ਵਾਲੇ ਲੋਕ
ਬਹੁਤ ਹੀ ਲਾਈਲੱਗ ਹੁੰਦੇ ਹਨ ਅਤੇ ਉਹ ਜਾਦੂ ਟੂਣੇ ਵਿੱਚ ਵੀ ਵਿਸ਼ਵਾਸ ਕਰਨ ਲੱਗ ਪੈਂਦੇ ਹਨ। ਸਿਰਫ ਉਹ ਵਿਅਕਤੀ ਜਿਹੜੇ ਤਰਕ ਨਾਲ ਸੋਚਦੇ ਹਨ ਇਹਨਾਂ ਵਿਸ਼ਵਾਸਾਂ ਤੋਂ ਛੁਟਕਾਰਾ ਪਾ ਸਕਦੇ ਹਨ। ਅੰਧ ਵਿਸ਼ਵਾਸੀ ਤਾਂ ਆਪਣੀ ਬੁੱਧੀ ਅਤੇ ਪੜ੍ਹਾਈ ਦੇ ਬਾਵਜੂਦ ਵੀ ਮਾਨਸਿਕ ਤੌਰ ਤੇ ਅੰਨੇ ਹੁੰਦੇ ਹਨ। For more contents related to rational thinking, subscribe our Tarkshil TV channel now. For instant updates of new videos, don't forget to press the bell icon.